इस समय असी हुशियारपुर के पिंड पगलाना दे विच मौजूद हैगे आ, जिथे एक नौजवान किसान पिछले कई सालों तो हल्दी की खेती कर रहे हैं। सब तो वड्डी और खासियत इन्हां दी ये हैगी आ कि हल्दी नूं बीजण तो लैके उसकी पटाई तो लैके हल्दी नूं पाउडर बनाउण तो लैके लोकां तक पहुँचाउण दा सारा प्रोसैस जिहड़ा ये आप करदे ने। डॉक्टर का जोड़ा मुंडा होगा या कुड़ी होगी वो डॉक्टर बनता, ठीक है जी। वकील की फैमिली जी वकालत वाल जाती, तो जिमीदारां की फैमिली जी हुण खेती वाल क्यों नहीं आ रही? इसलिए नहीं आ रही, जिमीदार आप नहीं अपने बच्चों को खेती वाल लैके आ रहे। ये किन्ने खेत हैगे ने हल्दी दे दूर दूर तक नज़र आ रहे हल्दी दी फसली? ये जिहड़ा प्लॉट हैगा जी ये 11 एकड़ का प्लॉट है। टोटल वैसे अपने कोल 21.5 एकड़ दे विच इस साल हल्दी हैगी। तो मैनूं एक गल बड़ी वधिया लगी कि जिहड़ी तुसीं आप ही इहदा पाउडर बनाउने हो और आप ही लोकां तक वेचदे हो, ये फिर आइडिया किवें आया सीगा और ये प्रोसैस तुसीं कदों दा शुरू कीता? ये देखो जी, जदों असीं हल्दी लगाई पहले साल ही जदों लगाई ते कच्ची हल्दी असीं वेचण दे लई गए, कोई मंडी दे विच तां उदां विकदी नहीं सीगी। ਤੇ ਕਈ ਦਲਾਲਾਂ ਨਾਲ ਗੱਲ ਕੀਤੀ, ਦਲਾਲਾਂ ਨੇ ਬਹੁਤਾ ਹੁੰਗਾਰਾ ਨਹੀਂ ਭਰਿਆ। ਉਹਨਾਂ ਨੇ ਇਹ ਕਿਹਾ ਕਿ ਨਹੀਂ ਜੀ ਇਹ ਹਲਦੀ ਦੀ ਕੁਆਲਿਟੀ ਨਹੀਂ ਚੰਗੀ, ਹਲਦੀ ਦੀ ਕੁਆਲਿਟੀ ਤਾਂ ਸਾਊਥ ਦੀ ਹਲਦੀ ਦੀ ਹੁੰਦੀ ਹੈ। ਜਦੋਂ ਫਿਰ ਤੁਸੀਂ ਇਸ ਤੋਂ ਹਟ ਕੇ ਤੁਸੀਂ ਆਪ ਹੀ ਸੇਲ ਕਰਨੀ ਸ਼ੁਰੂ ਕਰਤੀ, ਕਿੰਨਾ ਕੁ ਵੱਡਾ ਡਿਫਰੈਂਸ ਮਹਿਸੂਸ ਕੀਤਾ ਤੁਸੀਂ ਇਹਦੇ 'ਚ? ਦੇਖੋ ਜੀ ਬਹੁਤ ਵੱਡਾ ਡਿਫਰੈਂਸ ਹੈਗਾ। 20 ਕੁਇੰਟਲ ਜੇ ਤੁਹਾਡੀ ਯੀਲਡ ਆ ਰਹੀ ਆ ਤੇ ਤੁਸੀਂ ਰਿਟੇਲ ਸਾਰੀ ਕਰ ਰਹੇ ਹੋ ਤੇ ਤੁਸੀਂ ਹਿਸਾਬ ਲਾ ਲਓ 4 ਲੱਖ ਦੇ ਗੇੜ 'ਤੇ ਤੁਹਾਨੂੰ ਕਿੱਲੇ ਦਾ ਦੇ ਰਹੀ ਆ। ਜਦੋਂ ਤੱਕ ਮਾਰਕੀਟਿੰਗ ਆਸਪੈਕਟ ਮਿਡਲਮੈਨ ਦੇ ਹੱਥ ਵਿੱਚ ਆ, ਮਿਡਲਮੈਨ ਨੇ ਪੈਸੇ ਕਮਾਉਣੇ ਆ। ਜਿਹੜਾ ਮਿਡਲਮੈਨ ਆ ਤੁਹਾਡੇ ਕੋਲੋਂ ਲੈ ਕੇ ਉਸੇ ਦਿਨ ਸਵੇਰੇ ਦੁਪਹਿਰੇ ਉਹਨੇ ਲਈ, ਸ਼ਾਮ ਨੂੰ ਉਹਦੀ ਜੇਬ ਦੇ ਵਿੱਚ ਓਨੇ ਹੀ ਪੈਸੇ ਉਹ ਆਪਣੇ ਪਾ ਕੇ ਵਿਹਲਾ ਹੋ ਜਾਂਦਾ। ਮਤਲਬ ਕਿ ਆਲਮੋਸਟ ਦੁੱਗਣਾ ਹੀ ਆ, ਜਿੰਨੀ ਕਿਸਾਨ ਕਮਾਈ ਕਰ ਰਿਹਾ ਉਨੀ ਮਿਡਲਮੈਨ ਕਰ ਰਿਹਾ। ਮਿਡਲਮੈਨ ਵੀ ਕਰ ਰਿਹਾ ਉਹ। ਫਿਰ ਤੁਸੀਂ ਕਾਊਂਟਰ ਲਾਇਆ ਕੋਈ ਕਿ ਜਾਂ ਘਰੋਂ ਹੀ ਲੋਕੀ ਲੈ ਜਾਂਦੇ ਨੇ ਆ ਕੇ? ਨਹੀਂ, ਘਰੋਂ ਲੈ ਕੇ ਜਾਂਦੇ ਨੇ ਜੀ। ਅੱਛਾ, ਆਪ ਲੋਕ ਆਉਂਦੇ ਨੇ ਘਰੋਂ ਲੈ ਕੇ ਜਾਂਦੇ ਨੇ। ਤੇ ਫਾਦਰ ਸਾਹਿਬ ਨੇ ਕਾਫੀ ਉਦੋਂ ਮਿਹਨਤ ਕੀਤੀ, ਉਹਨਾਂ ਨੇ ਆਪਣਾ ਨਾਮ ਬਣਾਇਆ। ਮੈਂ ਕਹਾਂਗਾ ਕਿ ਮੇਰੇ ਫਾਦਰ ਸਾਹਿਬ ਦੀ ਮਿਹਨਤ ਦੇ ਨਾਲ ਇਹ ਹੋ ਗਿਆ ਕਿ ਫਗਲਾਣਾ ਹਲਦੀ ਵਾਲਾ ਫਗਲਾਣਾ ਹੋ ਚੁੱਕਾ ਹੈ। ਅਕਸਰ ਹੀ ਇੱਕ ਗੱਲ ਕਹੀ ਜਾਂਦੀ ਹੈ ਕਿ ਜੇਕਰ ਤੁਸੀਂ ਖੇਤੀ ਦੇ ਵਿੱਚੋਂ ਚੰਗੇ ਪੈਸੇ ਕਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਰਵਾਇਤੀ ਫਸਲਾਂ ਦੇ ਵਿੱਚੋਂ ਬਾਹਰ ਨਿਕਲ ਕੇ ਕੁਝ ਵੱਖਰਾ ਕਰਕੇ ਦਿਖਾਉਣਾ ਪਏਗਾ। ਇਸ ਸਮੇਂ ਅਸੀਂ ਹੁਸ਼ਿਆਰਪੁਰ ਦੇ ਪਿੰਡ ਪਗਲਾਣਾ ਦੇ ਵਿੱਚ ਮੌਜੂਦ ਹੈਗੇ ਆ, ਜਿੱਥੇ ਇੱਕ ਨੌਜਵਾਨ ਕਿਸਾਨ ਪਿਛਲੇ ਕਈ ਸਾਲਾਂ ਤੋਂ ਹਲਦੀ ਦੀ खेती ਕਰ ਰਹੇ ਨੇ। ਸਭ ਤੋਂ ਵੱਡੀ ਔਰ ਖਾਸੀਅਤ ਇਹਨਾਂ ਦੀ ਇਹ ਹੈਗੀ ਆ ਕਿ ਹਲਦੀ ਨੂੰ ਬੀਜਣ ਤੋਂ ਲੈ ਕੇ ਉਸਦੀ ਪਟਾਈ ਤੋਂ ਲੈ ਕੇ ਹਲਦੀ ਨੂੰ ਪਾਊਡਰ ਬਣਾਉਣ ਤੋਂ ਲੈ ਕੇ ਲੋਕਾਂ ਤੱਕ ਪਹੁੰਚਾਉਣ ਦਾ ਸਾਰਾ ਪ੍ਰੋਸੈਸ ਜਿਹੜਾ ਇਹ ਆਪ ਕਰਦੇ ਨੇ। ਇਸੇ ਕਾਰਨ ਮਿਹਨਤ ਤਾਂ ਲੱਗਦੀ ਹੈ ਪਰ ਇਹਦੇ ਨਾਲ ਜਿਹੜੀ ਹੈ ਕਮਾਈ ਵੀ ਲਗਭਗ ਦੁੱਗਣੀ ਹੋ ਜਾਂਦੀ ਹੈ, ਕਿਉਂਕਿ ਜਦੋਂ ਤੁਸੀਂ ਆਪ ਖੇਤੀ ਕਰਦੇ ਹੋ ਔਰ ਆਪ ਜਿਹੜਾ ਉਸ ਨੂੰ ਲੋਕਾਂ ਤੱਕ ਪਹੁੰਚਾਉਂਦੇ ਹੋ ਤਾਂ ਇਹਦੇ ਵਿੱਚ ਮੁਨਾਫਾ ਵੀ ਜਿਹੜਾ ਉਹ ਜ਼ਿਆਦਾ ਹੁੰਦਾ। ਕਿਉਂਕਿ ਅਕਸਰ ਹੀ ਲੋਕ ਇਹ ਵੀ ਗੱਲ ਕਹਿੰਦੇ ਨੇ ਕਿ ਕਿਸਾਨ ਬੀਜਦਾ ਹੈ, ਕਿਸਾਨ ਮਿਹਨਤ ਕਰਦਾ ਹੈ, ਪਰ ਕਮਾਈ ਦਾ ਜਿਹੜਾ ਮੁੱਲ ਹੈਗਾ ਜ਼ਿਆਦਾ ਉਹ ਵਪਾਰੀ ਲੈ ਜਾਂਦੇ ਨੇ, ਵਪਾਰੀ ਮੁਨਾਫਾ ਜ਼ਿਆਦਾ ਕਮਾ ਲੈਂਦੇ ਨੇ। ਇਸੇ ਕਾਰਨ ਕਿਸਾਨ ਹੁਣ ਇਸ ਪਾਸੇ ਵੀ ਹੋਏ ਨੇ ਕਿ ਜਿਹੜੀ ਫਸਲ ਅਸੀਂ ਬੀਜਦੇ ਆ ਉਸ ਨੂੰ ਮਾਰਕੀਟ ਦੇ ਵਿੱਚ ਲੋਕਾਂ ਤੱਕ ਪਹੁੰਚਾਉਣਾ ਕਿਵੇਂ ਆ, ਉਹ ਵੀ ਪ੍ਰੋਸੈਸ ਜਿਹੜਾ ਹੁਣ ਕਿਸਾਨਾਂ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ। ਕਿਸਾਨ ਅੰਮ੍ਰਿਤਪਾਲ ਸਿੰਘ ਰੰਧਾਵਾ ਸਾਡੇ ਨਾਲ ਮੌਜੂਦ ਹੈਗੇ ਨੇ, ਜਿਹੜੇ ਪਿਛਲੇ ਕਈ ਸਾਲਾਂ ਤੋਂ ਰਵਾਇਤੀ ਫਸਲਾਂ ਨੂੰ ਛੱਡ ਕੇ ਹਲਦੀ ਔਰ ਆਲੂ ਦੀ खेती ਕਰਦੇ ਨੇ, ਨਾਲ ਹੋਰ ਜਿਹੜੀ ਹੈ ਉਹ ਫਸਲ ਉਗਾਉਂਦੇ ਹੈਗੇ ਨੇ। ਤਾਂ ਸਾਰੀ ਗੱਲਬਾਤ ਇਹਨਾਂ ਦੇ ਨਾਲ ਕਰਾਂਗੇ ਔਰ ਇਹਨਾਂ ਦਾ ਤਜਰਬਾ ਕੀ ਹੈਗਾ ਇਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਅੰਮ੍ਰਿਤਪਾਲ, ਸਭ ਤੋਂ ਪਹਿਲਾਂ ਤਾਂ ਸਵਾਗਤ ਜਗਬਾਣੀ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਜੀ ਆਇਆਂ ਨੂੰ। ਅੱਛਾ, ਸਭ ਤੋਂ ਪਹਿਲਾ ਸਵਾਲ ਮੇਰਾ ਇਹੀ ਕਿ ਹਲਦੀ ਦੀ खेती ਵਾਲੇ ਪਾਸੇ ਕਿਵੇਂ ਤੁਸੀਂ ਆਏ ਔਰ ਕਿੰਨੇ ਕੁ ਸਾਲ ਹੋ ਗਏ ਤੁਹਾਨੂੰ? ਦੇਖੋ ਜੀ, ਅਸੀਂ ਪੋਪੂਲਰ ਦੀ खेती ਕਰਦੇ ਸੀਗੇ। ਸਨ 1996-97 ਦੇ ਵਿੱਚ ਅਸੀਂ ਪੋਪੂਲਰ ਵੇਚਣ ਜਾਂਦੇ ਹੁੰਦੇ ਸੀਗੇ ਜਗਾਦਰੀ। ਉੱਥੇ ਇੱਕ ਵਪਾਰੀ ਸੀਗਾ ਜੀ, ਉਹਨੇ ਸਾਨੂੰ ਇੱਕ ਫਾਰਮ ਦਾ ਗੇੜਾ ਕਢਾਇਆ। ਉੱਥੇ ਹਾਰਾ ਫਾਰਮ ਸੀਗਾ ਜੀ, ਉਹਨਾਂ ਨੇ ਬਹੁਤ ਹੀ ਵਧੀਆ ਵੈਲ ਮੈਨੇਜਡ ਫਾਰਮ ਸੀਗਾ। ਅੱਛਾ, ਪੋਪੂਲਰ ਦੇ ਵਿੱਚ ਉਹਨਾਂ ਨੇ ਹਲਦੀ ਲਗਾਈ ਹੋਈ ਸੀਗੀ, ਨਾਲ ਫਿਸ਼ ਦਾ ਵੀ ਉਹ ਕਰ ਰਹੇ ਸੀਗੇ, ਨਾਲ ਕਾਫੀ ਚੀਜ਼ਾਂ ਉਹਨਾਂ ਨੇ ਕੀਤੀਆਂ ਸੀਗੀਆਂ। ਬਹੁਤ ਸੋਹਣਾ ਸੀਗਾ ਉਹਨਾਂ ਦਾ ਫਾਰਮ, ਬਿਲਕੁਲ ਯਮੁਨਾ ਕਨਾਲ ਦੇ ਉੱਤੇ ਸੀ। ਠੀਕ ਹੈ। ਸੋ ਅਸੀਂ ਉਹ ਦੇਖਿਆ ਤੇ ਅਸੀਂ ਉਹਨਾਂ ਦੇ ਕੋਲੋਂ ਪਹਿਲੇ ਸਾਲ ਹੀ 15 ਏਕੜ ਦਾ ਬੀਜ ਲੈ ਕੇ ਆਏ।
ਅੱਛਾ ਤੇ 15 ਏਕੜ ਅਸੀਂ ਹਲਦੀ ਦੇ ਲਗਾਏ ਉਦੋਂ। ਤੇ ਉਸ ਤੋਂ ਬਾਅਦ ਹੌਲੀ ਹੌਲੀ ਕਰਕੇ ਇੱਥੇ ਤੱਕ ਅਸੀਂ ਆਏ ਹੈਗੇ ਆ। ਤੇ ਹਲਦੀ ਸਾਡੀ ਹੁਣ ਇੱਕ ਪ੍ਰਾਇਮਰੀ ਫਸਲ ਹੋ ਚੁੱਕੀ ਆ ਤੇ ਅਸੀਂ ਪੋਪੂਲਰ ਤੋਂ ਵੀ ਕਹਿ ਲਓ ਹਲਦੀ ਵੱਲ ਨੂੰ ਸ਼ਿਫਟ ਹੋ ਕਿੰਨੇ ਚੁੱਕੇ ਕੁ ਆ। ਸਾਲ ਹੋ ਗਏ ਤੁਹਾਨੂੰ? ਇਹ ਹੋ ਗਏ ਜੀ, ਤੁਸੀਂ ਲਾ ਲਓ ਹਿਸਾਬ 26 ਸਾਲ ਹੋ ਗਏ ਜੀ। ਅੱਛਾ 1997 ਦੇ ਵਿੱਚ ਅਸੀਂ ਲਗਾਈ ਸੀ ਸ਼ੁਰੂ ਹਲਦੀ। ਕੀਤੀ ਸੀ ਉਦੋਂ। ਹਾਂਜੀ ਇਹ ਹਾਂਜੀ ਫਿਰ ਹਾਂਜੀ। ਫਾਦਰ ਸਾਹਿਬ ਉਦੋਂ ਕਰਦੇ ਮੇਰੇ ਹੁੰਦੇ ਸੀਗੇ ਫਾਦਰ ਖੇਤੀ? ਸਾਹਿਬ, ਬਿਲਕੁਲ ਜੀ, ਮੇਰੇ ਹਾਂ। ਫਾਦਰ ਸਾਹਿਬ ਸਰਦਾਰ ਇਕਬਾਲ ਸਿੰਘ ਰੰਧਾਵਾ ਨੇ ਇਹ ਸ਼ੁਰੂ ਕੀਤਾ ਇਹਨੂੰ। ਅੱਛਾ ਤੇ ਮੈਂ ਤਾਂ ਉਦੋਂ ਕਾਫੀ ਛੋਟਾ ਹੀ ਸੀਗਾ। ਅੱਛਾ ਤੇ ਜਦੋਂ ਉਹ ਕੀਤੀ ਇਹਨੂੰ ਸ਼ੁਰੂਆਤ ਕੀਤੀ, ਅੱਛਾ ਫਿਰ ਹੌਲੀ ਹੌਲੀ ਇਹ ਦੇਖਦੇ ਗਏ ਫਾਦਰ ਸਾਹਿਬ ਦਾ ਕਿ ਕਿੱਦਾਂ ਉਹ ਐਕਸਪੀਰੀਅੰਸ ਉਹਨਾਂ ਦਾ ਰਿਹਾ। ਹੌਲੀ ਹੌਲੀ ਅਸੀਂ ਇਹ ਕਿੰਨੇ ਖੇਤ ਹੈਗੇ ਨੇ ਹਲਦੀ ਦੇ, ਦੂਰ ਦੂਰ ਤੱਕ ਨਜ਼ਰ ਆ ਰਹੇ ਹਲਦੀ ਦੀ ਫਸਲ ਹੀ? ਇਹ ਜਿਹੜਾ ਪਲਾਟ ਹੈਗਾ ਜੀ, ਇਹ 11 ਏਕੜ ਦਾ ਪਲਾਟ ਹੈ। ਹਾਂ ਟੋਟਲ ਵੈਸੇ ਆਪਣੇ ਕੋਲ 21.5 ਏਕੜ ਦੇ ਵਿੱਚ ਇਸ ਸਾਲ ਹਲਦੀ ਅੱਛਾ। ਹੈਗੀ ਹੈ। ਇਹ ਫਿਰ ਤੁਸੀਂ ਵਧਾਉਂਦੇ ਹੋ ਹਰ ਸਾਲ ਰਕਬਾ ਇਹਦਾ? ਇਹਦਾ ਅਸੀਂ ਕਿਉਂਕਿ ਰਿਟੇਲ ਕਰਦੇ ਹੈਗੇ ਆ ਤੇ ਰਿਟੇਲ ਕਰਨ ਕਰਕੇ ਸਾਨੂੰ ਕਰੀਬ 20 ਤੋਂ ਲੈ ਕੇ 22-23 ਏਕੜ ਜਿਹੜੀ ਹੈਗੀ ਆ ਉਨੀ ਅਸੀਂ ਆਪਣੇ ਘਰੋਂ ਹੀ ਰਿਟੇਲ ਕਰ ਸਕਦੇ ਆ। ਅੱਛਾ ਤੇ ਲਾਸਟ ਈਅਰ ਮੇਰੇ ਕੋਲ 23 ਏਕੜ ਸੀਗੇ ਹਾਂ ਤੇ ਇੱਕ ਅੱਧਾ ਖੇਤ ਵਾਧਾ ਘਟਦਾ ਹੋ ਜਾਂਦਾ ਹੈਗਾ ਆ। ਅੱਛਾ ਅਦਰਵਾਈਜ਼ ਇੰਨਾ ਕੁ ਹੀ ਆ, ਕਹਿ ਲਓ ਕਿ 20-22 ਕਿੱਲੇ ਜਿਹੜੇ ਹੈਗੇ ਆ ਹਰ ਸਾਲ ਅਸੀਂ ਹਲਦੀ ਦੇ। ਅੱਛਾ ਰੰਧਾਵਾ ਸਾਹਿਬ, ਮੈਨੂੰ ਇੱਕ ਗੱਲ ਬੜੀ ਵਧੀਆ ਲੱਗੀ ਕਿ ਜਿਹੜੀ ਤੁਸੀਂ ਆਪ ਹੀ ਇਹਦਾ ਪਾਊਡਰ ਬਣਾਉਂਦੇ ਹੋ ਔਰ ਆਪ ਹੀ ਲੋਕਾਂ ਤੱਕ ਵੇਚਦੇ ਹੋ, ਇਹ ਫਿਰ ਆਈਡੀਆ ਕਿਵੇਂ ਆਇਆ ਸੀਗਾ ਔਰ ਇਹ ਪ੍ਰੋਸੈਸ ਤੁਸੀਂ ਕਦੋਂ ਦਾ ਸ਼ੁਰੂ ਕੀਤਾ? ਇਹ ਦੇਖੋ ਜੀ, ਜਦੋਂ ਅਸੀਂ ਹਲਦੀ ਲਗਾਈ ਪਹਿਲੇ ਸਾਲ ਹੀ ਜਦੋਂ ਲਗਾਈ ਤੇ ਕੱਚੀ ਹਲਦੀ ਅਸੀਂ ਵੇਚਣ ਦੇ ਲਈ ਗਏ, ਕੋਈ ਮੰਡੀ ਦੇ ਵਿੱਚ ਤਾਂ ਉੱਦਾਂ ਵਿਕਦੀ ਨਹੀਂ ਸੀਗੀ। ਹਾਂ ਤੇ ਕਈ ਦਲਾਲਾਂ ਨਾਲ ਗੱਲ ਕੀਤੀ, ਦਲਾਲਾਂ ਨੇ ਬਹੁਤਾ ਹੁੰਗਾਰਾ ਨਹੀਂ ਭਰਿਆ। ਉਹਨਾਂ ਨੇ ਇਹ ਕਿਹਾ ਕਿ ਨਹੀਂ ਜੀ, ਇਹ ਹਲਦੀ ਦੀ ਕੁਆਲਿਟੀ ਨਹੀਂ ਚੰਗੀ, ਹਲਦੀ ਦੀ ਕੁਆਲਿਟੀ ਤਾਂ ਸਾਊਥ ਦੀ ਹਲਦੀ ਦੀ ਹੁੰਦੀ ਹੈ। ਅੱਛਾ ਜਦ ਕਿ ਆਪਣੀ ਹਲਦੀ ਦੀ ਕੁਆਲਿਟੀ ਬਹੁਤ ਵਧੀਆ ਸੀਗੀ। ਹਾਂ ਤੇ ਬਟ ਸਟਿਲ ਉਹ, ਕਿਉਂਕਿ ਤੁਹਾਨੂੰ ਪਤਾ ਵਪਾਰੀ ਨੂੰ ਇਹ ਹੁੰਦਾ ਹੈ ਕਿ ਘੱਟ ਰੇਟ ਉੱਤੇ ਮੈਂ ਖਰੀਦ ਲਵਾਂ ਤੇ ਜ਼ਿਆਦਾ ਮੁਨਾਫਾ ਮੈਂ ਆਪਣਾ ਕਮਾਵਾਂ। ਤੇ ਉਦੋਂ ਹੁੰਗਾਰਾ ਬਹੁਤਾ ਚੰਗਾ ਨਹੀਂ ਮਿਲਿਆ ਤੇ ਆਪਾਂ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਬਹੁਤ ਘੱਟ ਰੇਟ ਉੱਤੇ ਇਹ ਕਰਨਾ ਪਿਆ। ਠੀਕ ਹੈ। ਤੇ ਉਸ ਤੋਂ ਬਾਅਦ ਅਸੀਂ ਸੋਚਿਆ ਕਿ ਸਾਨੂੰ ਹੌਲੀ ਹੌਲੀ ਪ੍ਰੋਸੈਸਿੰਗ ਜਿਹੜਾ ਨੈਕਸਟ ਸਟੈਪ ਹੈਗਾ ਆ ਅੱਛਾ ਉਗਾਉਣ ਤੋਂ ਬਾਅਦ, ਪ੍ਰੋਸੈਸਿੰਗ ਉੱਧਰ ਨੂੰ ਆਉਣਾ ਪੈਣਾ ਹੈਗਾ। ਤੇ ਅਸੀਂ ਫਿਰ ਹੌਲੀ ਹੌਲੀ ਪ੍ਰੋਸੈਸਿੰਗ ਵੱਲ ਆਏ ਤੇ ਹੁਣ ਇਸ ਟਾਈਮ ਪ੍ਰੋਸੈਸਿੰਗ ਕਰਕੇ ਅਸੀਂ ਪੂਰੀ ਰਿਟੇਲ ਕਰ ਰਹੇ ਹਾਂ। ਅੱਛਾ, ਇਹ ਪ੍ਰੋਸੈਸ ਕੀ ਰਹਿੰਦਾ ਫਿਰ ਤੁਹਾਡਾ ਸਾਰਾ? ਜਿਵੇਂ ਹੁਣ ਫਸਲ ਦੇ ਵਿੱਚ ਹਲਦੀ ਲੱਗੀ ਹੋਈ ਹੈ, ਜਦੋਂ ਤੁਸੀਂ ਇਹਦੀ ਪਟਾਈ ਕਰਨੀ ਹੈ ਉਸ ਤੋਂ ਬਾਅਦ ਫਿਰ ਕਿਵੇਂ ਇਹਦਾ ਪਾਊਡਰ ਬਣਾਉਣੇ ਔਰ ਲੋਕਾਂ ਤੱਕ ਕਿਵੇਂ ਪਹੁੰਚਦੀ ਹੈ ਇਹ? ਇਹ ਇੱਦਾਂ ਹੈ ਜੀ, ਹੁਣ ਇਹਨੂੰ ਅਸੀਂ ਫਰਵਰੀ ਦੇ ਵਿੱਚ ਪੱਟਾਂਗੇ। ਹਾਂ ਫਰਵਰੀ ਵਿੱਚ ਪੱਟ ਕੇ ਇਹਦੀਆਂ ਢੇਰੀਆਂ ਅਸੀਂ ਲਾ ਲੈਂਦੇ ਹਾਂ। ਹਾਂ ਤੇ ਅਸੀਂ ਫਿਰ ਮਾਰਚ ਦੇ ਅਖੀਰ ਵਿੱਚ, ਕਹਿ ਲਓ ਕਿ 20-25 ਮਾਰਚ ਤੋਂ ਬਾਅਦ, ਜਦੋਂ ਥੋੜ੍ਹੀ ਧੁੱਪ ਵਿੱਚ ਜਾਨ ਆ ਜਾਂਦੀ ਹੈਗੀ ਆ, ਹਾਂ ਤੇ ਉਦੋਂ ਅਸੀਂ ਇਹਨੂੰ ਉਬਾਲਦੇ ਹਾਂ। ਆਪਣੇ ਕੋਲ ਸਟੀਮ ਬੋਇਲਰ ਹੈਗਾ। ਅੱਛਾ, ਬੋਇਲਰ ਤੁਸੀਂ ਆਪਦਾ ਰੱਖਿਆ? ਬਿਲਕੁਲ ਜੀ, ਆਪਣਾ ਬੋਇਲਰ ਹੈਗਾ। ਸਟੀਮ ਬੋਇਲਰ ਦੇ ਨਾਲ ਅਸੀਂ ਇਹਨੂੰ ਬੋਇਲ ਕਰਦੇ ਹਾਂ। ਬੋਇਲ ਕਰਕੇ ਫਿਰ ਇਹਨੂੰ ਸੁਕਾਉਂਦੇ ਹਾਂ, ਸਨ ਡਰਾਈ ਕਰਦੇ ਹਾਂ ਸੂਰਜ ਦੇ ਵਿੱਚ ਹੀ, ਉਦੋਂ ਡਰਾਈ ਹੁੰਦੀ ਹੈ। ਉਸ ਤੋਂ ਬਾਅਦ ਅਸੀਂ ਇਹਨੂੰ ਪੋਲਿਸ਼ ਕਰਦੇ ਹਾਂ। ਪੋਲਿਸ਼ ਦੇ ਵਿੱਚ ਕੀ ਹੁੰਦਾ ਆ ਕਿ ਉੱਪਰਲੀ ਜਿਹੜੀ ਇਹਦੀ ਸਕਿਨ ਹੁੰਦੀ ਉਹ ਬਰਾਊਨ ਕਲਰ ਦੀ ਹੁੰਦੀ ਆ। ਠੀਕ ਹੈ। ਉਹਨੂੰ ਕੀ ਆ ਕਿ ਉਹ ਪੋਲਿਸ਼ਰ ਦੇ ਵਿੱਚ ਜਦੋਂ ਅਸੀਂ ਪਾ ਦਿੰਦੇ ਆ ਤੇ ਆਪਸ ਦੇ ਵਿੱਚ ਉਹ ਰਗੜ ਖਾ ਕੇ ਉਹ ਆਪਣੀ ਸਕਿਨ ਜਿਹੜੀ ਆ ਉਹਨੂੰ ਸ਼ੈਡ ਕਰ ਅੱਛਾ, ਦਿੰਦੀ ਲੱਤ ਹੈ। ਜਾਂਦੀ ਉਹ। ਠੀਕ ਹੈ। ਅਦਰਵਾਈਜ਼ ਸਾਨੂੰ ਕਈ ਵਾਰ ਲੋਕ ਪੁੱਛਦੇ ਆ ਜਦੋਂ ਪੋਲਿਸ਼ ਕਰਦੇ ਤੇ ਕੀ ਪਾਉਂਦੇ ਆ ਤੁਸੀਂ ਇਹਦੇ ਵਿੱਚ? ਪਾਉਂਦੇ ਕੁਝ ਨਹੀਂ ਆ। ਉਹ ਬੇਸਿਕਲੀ ਕੀ ਆ, ਆਪਸ ਦੇ ਵਿੱਚ ਹੀ ਰਗੜ ਖਾ ਕੇ ਉਹ ਆਪਣੀ ਸਕਿਨ ਜਿਹੜੀ ਆ ਉਹ ਰਿਮੂਵ ਹੋ ਜਾਂਦੀ ਉਹਦੀ, ਤੇ ਜਿਹੜੀ ਅੰਦਰੋਂ ਪੀਲੀ ਹਲਦੀ ਆ ਉਹ ਨਿਕਲ ਆਉਂਦੀ ਆ। ਅੱਛਾ। ਤੇ ਇਹਦਾ ਮੇਨ ਪ੍ਰੋਸੈਸ ਆ। ਉਸ ਤੋਂ ਬਾਅਦ ਜਿੰਨੀ ਸਾਨੂੰ ਰਿਕੁਆਇਰਮੈਂਟ ਆ ਉਹ ਰੋਜ਼ ਦੇ ਹਿਸਾਬ ਨਾਲ ਅਸੀਂ ਇਹਨੂੰ ਪੀਸਦੇ ਆ। ਅੱਛਾ। ਤੇ ਸਾਡੇ ਕੋਲ 3 ਕੁ ਦਿਨ ਦਾ ਬਫਰ ਹੁੰਦਾ ਜੀ। ਅੱਛਾ। ਅਸੀਂ ਇਹ ਨਹੀਂ ਹੈਗਾ ਕਿ ਇੱਕੋ ਵਾਰ ਪੀਸ ਕੇ ਇਹਨੂੰ ਸਟੋਰ ਕਰ ਲਿਆ, ਕਿਉਂਕਿ ਉਹਦੇ ਵਿੱਚ ਕੀ ਹੁੰਦਾ ਕਿ ਫਿਰ ਕੁਆਲਿਟੀ ਜਿਹੜੀ ਥੋੜ੍ਹੀ ਡਿਟੀਰੀਓਰੇਟ ਹੋਣ ਲੱਗ ਜਾਂਦੀ ਵਿਦ ਟੈਂਪਰੇਚਰ ਨਾਲ ਦੀ ਨਾਲ, ਮਤਲਬ ਤਾਜ਼ੀ ਬਿਲਕੁਲ ਬਿਲਕੁਲ। ਕਹਿ ਲਓ 3 ਕੁ ਦਿਨ ਦਾ ਸਾਡੇ ਕੋਲ ਬਫਰ ਆ। ਠੀਕ ਹੈ। ਜੇ ਮੰਨ ਲਓ ਕਿਤੇ ਮੋਟਰ ਖਰਾਬ ਹੋ ਗਈ, ਟਰਾਂਸਫਾਰਮਰ ਸੜ ਗਿਆ, ਤਾਂ ਐਟਲੀਸਟ ਸਾਡੇ 3 ਦਿਨ ਦਾ ਉਹ ਜਿਹੜਾ ਗੁਜ਼ਾਰਾ ਉਹ ਹੋ ਜਾਵੇ। ਤੇ ਅੱਜ ਜਿਹੜੀ ਅਸੀਂ ਪੀਸੀ ਹੋਈ ਆ ਇਹ ਪਰਸੋਂ ਤੱਕ ਉਨੀ ਕਹੀ ਅਸੀਂ ਜੋ ਅੰਦਾਜ਼ਾ ਸਾਡਾ ਹੈਗਾ ਆ ਉਹਦੇ ਹਿਸਾਬ ਨਾਲ। ਫਿਰ ਤੁਸੀਂ ਕਾਊਂਟਰ ਲਾਇਆ ਕੋਈ ਕਿ ਜਾਂ ਘਰੋਂ ਹੀ ਲੋਕੀ ਲੈ ਜਾਂਦੇ ਨੇ ਆ ਕੇ? ਨਹੀਂ, ਘਰੋਂ ਲੈ ਕੇ ਜਾਂਦੇ ਨੇ ਜੀ। ਅੱਛਾ। ਆਪ ਲੋਕ ਆਉਂਦੇ ਨੇ, ਘਰੋਂ ਲੈ ਕੇ ਜਾਂਦੇ ਨੇ।
ਇਹ ਫਾਦਰ ਸਾਹਿਬ ਨੇ ਕਾਫੀ ਉਦੋਂ ਮਿਹਨਤ ਕੀਤੀ, ਉਹਨਾਂ ਨੇ ਆਪਣਾ ਨਾਮ ਬਣਾਇਆ ਇਲਾਕੇ ਵਿੱਚ। ਹੁਣ ਸਾਰਿਆਂ ਨੂੰ ਪਤਾ ਆ ਕਿ ਵੈਸੇ ਤਾਂ ਫਗਲਾਣਾ ਕਾਫੀ ਵੱਡਾ ਪਿੰਡ ਹੈ ਤੇ ਕਾਫੀ ਮਸ਼ਹੂਰ ਪਿੰਡ ਆ, ਬਟ ਹੁਣ ਮੈਂ ਕਹਾਂਗਾ ਕਿ ਮੇਰੇ ਫਾਦਰ ਸਾਹਿਬ ਦੀ ਮਿਹਨਤ ਦੇ ਨਾਲ ਇਹ ਹੋ ਗਿਆ ਕਿ ਫਗਲਾਣਾ ਹਲਦੀ ਵਾਲਾ ਫਗਲਾਣਾ ਹੋ ਚੁੱਕਾ ਹੈ ਤੇ ਇਸ ਲਈ। ਅੱਛਾ, ਫਿਰ ਰੰਧਾਵਾ ਸਾਹਿਬ ਇਹ ਕਿੰਨਾ ਕੁ ਤੁਸੀਂ ਫਰਕ ਮਹਿਸੂਸ ਕੀਤਾ? ਜਿਹੜੀ ਗੱਲ ਮੈਂ ਓਪਨਿੰਗ 'ਚ ਵੀ ਕਹੀ ਕਿ ਅਕਸਰ ਹੀ ਲੋਕੀ ਇਹ ਵੀ ਗੱਲ ਕਹਿੰਦੇ ਨੇ, ਫਾਰਮਰਸ ਦੀ ਸ਼ਿਕਾਇਤ ਵੀ ਹੁੰਦੀ ਆ ਕਿ ਅਸੀਂ ਬਹੁਤ ਮਿਹਨਤ ਕਰਦੇ ਹਾਂ ਪਰ ਵਪਾਰੀ ਇਹਦੇ 'ਚੋਂ ਜ਼ਿਆਦਾ ਲਾਹਾ ਲੈ ਜਾਂਦੇ। ਜਦੋਂ ਫਿਰ ਤੁਸੀਂ ਇਸ ਤੋਂ ਹਟ ਕੇ ਤੁਸੀਂ ਆਪ ਹੀ ਸੇਲ ਕਰਨੀ ਸ਼ੁਰੂ ਕਰਤੀ, ਕਿੰਨਾ ਕੁ ਵੱਡਾ ਡਿਫਰੈਂਸ ਮਹਿਸੂਸ ਕੀਤਾ ਤੁਸੀਂ ਇਹਦੇ 'ਚ? ਦੇਖੋ ਜੀ, ਬਹੁਤ ਵੱਡਾ ਡਿਫਰੈਂਸ ਹੈਗਾ। ਮੈਂ ਜੇ ਅੱਜ ਦੇ ਟਾਈਮ ਦੀ ਗੱਲ ਕਰਾਂ ਤੇ ਇਸ ਟਾਈਮ ਜੇ ਤੁਸੀਂ ਕੱਚੀ ਹਲਦੀ ਵੇਚਣੀ ਹੋਵੇ 15 ਰੁਪਏ ਕਿਲੋ ਦੇ ਹਿਸਾਬ ਨਾਲ ਵਿਕਦੀ ਆ, ਜਿਹਦੇ ਵਿੱਚ ਜਿਹੜੇ ਬਾਇਰ ਹੈਗੇ ਆ ਉਹ 10% ਦੀ ਕਾਟ ਵੀ ਲਾ ਲੈਂਦੇ। ਮਤਲਬ 10% ਦੀ ਕਾਟ ਮਤਲਬ 1.5 ਰੁਪਇਆ ਹੋਰ ਪਿੱਛੋਂ ਕੱਟ ਲਿਆ ਕਿ ਮਿੱਟੀ ਆ ਜੀ, ਇਹਦੇ ਵਿੱਚ ਆ ਉਹ ਆ, ਰਾਈਟ। ਤੁਹਾਨੂੰ ਜੇਬ ਦੇ ਵਿੱਚ ਤੁਹਾਡੇ 13.5 ਰੁਪਏ ਪੈ ਰਹੇ ਆ ਕੱਚੀ ਹਲਦੀ ਦੇ। ਤੇ ਕੱਚੀ ਹਲਦੀ ਜਿਹੜੀ ਆ ਉਹ ਜਦੋਂ ਤੁਸੀਂ ਪ੍ਰੋਸੈਸ ਕਰਕੇ ਡਰਾਈ ਕਰ ਲਈ, 5ਵਾਂ ਹਿੱਸਾ ਰਹਿ ਜਾਂਦੀ। ਠੀਕ ਹੈ। ਜੇ ਅਸੀਂ ਗੱਲ ਕਰੀਏ ਕਿੱਥੇ 13.5 ਰੁਪਏ ਜਾਂ 15 ਹੀ ਲਾ ਲਓ ਤੁਸੀਂ, ਤੇ ਉਹ 75 ਰੁਪਏ ਦੇ ਉੱਤੇ ਜੇ ਤੁਸੀਂ ਵੇਚ ਰਹੇ ਹੋ ਆਪਣਾ ਪਾਊਡਰ, ਫੇਰ ਜਾ ਕੇ ਤੁਸੀਂ ਸਾਵੇਂ ਹੁੰਦੇ ਹੋ। ਚਲੋ ਪ੍ਰੋਸੈਸਿੰਗ ਕਾਸਟ ਐਵਰੀਥਿੰਗ ਸਾਰਾ ਕੁਛ ਕਰਾ ਕੇ 10-15 ਰੁਪਏ, ਇਸ ਤੋਂ ਜ਼ਿਆਦਾ ਨਹੀਂ ਪੈਂਦੇ। ਤੇ ਅਸੀਂ ਕਹੀਏ ਕਿ 90 ਰੁਪਏ ਜੇ ਤੁਸੀਂ ਆਪਣੀ ਹਲਦੀ ਵੇਚ ਰਹੇ ਹੋ ਕੱਚੀ ਦੇ ਬਰਾਬਰ ਹੁੰਦੀ ਹੈ। ਤੇ ਇਸ ਟਾਈਮ ਅਸੀਂ ਜੋ ਰਿਟੇਲ ਕਰ ਰਹੇ ਹਾਂ 200 ਨੂੰ ਕਰ ਰਹੇ ਹਾਂ ਰਿਟੇਲ। ਸੋ ਕਹਿ ਲਓ ਕਿ ਅੱਧੋ ਅੱਧ ਦਾ ਆਲਮੋਸਟ ਕਿ ਤੁਸੀਂ ਜੇ ਖੁਦ ਮਿਹਨਤ ਕਰਦੇ ਹੋ ਤਾਂ ਡਬਲ ਤੁਸੀਂ ਕਮਾਈ ਕਰ ਸਕਦੇ ਹੋ। ਡਬਲ ਕਮਾਈ ਹੈਗੀ ਇਹਦੇ ਵਿੱਚ, ਨੋ ਡਾਊਟ। ਇੱਕ ਚੀਜ਼ ਜ਼ਰੂਰ ਹੈਗੀ ਆ ਕਿ ਉਹ ਜਿਹੜਾ ਤੁਹਾਡੀ ਕਮਾਈ ਆ ਉਹ 1 ਸਾਲ ਲਗਾਤਾਰ ਤੁਹਾਨੂੰ ਥੋੜੀ ਕਰਕੇ ਆਈ ਜਾਣੀ, ਰੋਜ਼ ਦੀ ਰੋਜ਼ ਕਹਿ ਲਓ ਕਿ ਉਹ ਤੁਹਾਡੀ ਜੇਬ ਦੇ ਵਿੱਚ ਪੈਸੇ ਆਈ ਜਾਂਦੇ ਆ, ਇਕੱਠੇ ਨਹੀਂ ਤੁਹਾਡੇ ਪੈਸੇ ਆਉਂਦੇ। ਪਰ ਇਹ ਆ ਕਿ ਚਲੋ ਬਰਕਤ, ਜਿੱਦਾਂ ਕਹਿੰਦੇ ਆ ਨਾ ਕਿ ਰੋਜ਼ ਦੀ ਕਮਾਈ ਦੀ ਬਰਕਤ ਹੁੰਦੀ ਹੈ, ਜਿੱਦਾਂ ਕਹਿੰਦੇ ਡੇਅਰੀ ਵਾਲੇ ਨੂੰ ਜਾਂ ਫਿਰ ਕੋਈ ਵੀ ਇਹੋ ਜਿਹੇ ਹੈਗੇ ਜਿਹੜੇ ਰੋਜ਼ ਦੀ ਕਮਾਈ ਜਿਹਨਾਂ ਦੀ ਹੁੰਦੀ ਉਹ ਬਰਕਤ। ਅੱਛਾ, ਇਹ ਤਾਂ ਰੰਧਾਵਾ ਸਾਹਿਬ ਪ੍ਰੋਸੈਸ ਦੇ ਨਾਲ ਤਾਂ ਵੈਸੇ ਹੀ ਦੁੱਗਣੀ ਕਮਾਈ ਹੋ ਗਈ ਹੈ ਨਾ ਹਲਦੀ ਦੇ ਵਿੱਚੋਂ। ਹਲਦੀ ਦਾ ਔਰ ਜਿਹੜਾ ਰਵਾਇਤੀ ਫਸਲਾਂ ਦੀ ਅਸੀਂ ਗੱਲ ਕਰਦੇ ਹਾਂ, ਉਹਨਾਂ ਦੇ ਵਿੱਚ ਕੀ ਡਿਫਰੈਂਸ ਆ? ਕਿੰਨਾ ਕੁ ਲਾਹਾ ਵੱਧ ਕਿਸਾਨ ਲੈ ਸਕਦੇ ਜੇਕਰ ਹਲਦੀ ਦੀ ਖੇਤੀ ਕਰਦੇ ਆ ਦੂਜੀਆਂ ਫਸਲਾਂ ਤੋਂ? ਦੇਖੋ, ਹਲਦੀ ਦੀ ਫਸਲ ਬਹੁਤ ਵਧੀਆ ਫਸਲ ਹੈ, ਠੀਕ ਹੈ ਜੀ। ਜੇ ਮੈਂ ਹਲਦੀ ਦੀ ਗੱਲ ਕਰਾਂ ਤੇ 20-22 ਕੁਇੰਟਲ ਤੁਸੀਂ ਇਹਦੀ ਡਰਾਈ ਯੀਲਡ ਕੱਢ ਸਕਦੇ ਹੋ 1 ਕਿੱਲੇ ਚੋਂ। ਕਿੱਲੇ ਵਿੱਚੋਂ। ਤੇ ਇਹਦੇ ਉੱਤੇ ਕਰੀਬ ਕਹਿ ਲਓ 1.25 ਲੱਖ ਰੁਪਏ ਦਾ ਖਰਚਾ ਆਉਂਦਾ ਆ। ਠੀਕ ਹੈ। 1 ਸਾਲ ਦਾ। ਅੱਛਾ। ਬਟ ਇਹਦੀ ਜਿਹੜੀ ਇਹਨੇ ਤੁਹਾਨੂੰ ਪੇ ਕਰਨਾ ਉਹ 1.5 ਸਾਲ ਤੋਂ ਬਾਅਦ ਇਹਨੇ ਪੇ ਕਰਨ ਲੱਗਣਾ, ਕਿਉਂਕਿ ਸਾਲ ਦੀ ਤਾਂ ਆਲਮੋਸਟ ਸਾਲ ਦੀ ਲਾ ਲਓ। ਵੈਸੇ ਤਾਂ ਇਹ 9.5 ਮਹੀਨੇ ਦੀ ਫਸਲ ਆ ਤੇ ਬਟ ਸਾਲ ਕੁ ਬਾਅਦ ਹੀ ਪੱਟ ਹੁੰਦੀ, ਕਿਉਂਕਿ ਕੁਛ ਉਸ ਟਾਈਮ ਮੌਸਮ ਨਹੀਂ ਸਾਥ ਦਿੰਦਾ, ਕੁਛ ਆਲੂ ਦੇ ਉੱਤੇ ਬਿਜ਼ੀ ਹੁੰਦੇ ਆ ਅਸੀਂ, ਤੇ ਉਹ ਮਹੀਨਾ 1.5 ਮਹੀਨਾ ਜਿਹੜੇ ਇਹ ਅੱਗੇ ਪੈ ਜਾਂਦੀ ਆ। ਸੋ ਸਾਲ ਉਹ ਹੋ ਗਿਆ ਜੀ। ਬਾਅਦ ਵਿੱਚ ਪ੍ਰੋਸੈਸ ਕਰਕੇ ਇਹਨੂੰ ਸੁਕਾ ਕੇ ਇਹਨੂੰ ਫੇਰ ਹੌਲੀ ਜਦੋਂ ਤੁਸੀਂ ਰਿਟੇਲ ਕਰਦੇ ਆ ਆਲਮੋਸਟ 1.5 ਸਾਲ ਤੋਂ ਬਾਅਦ ਇਹਨੇ ਪੈਸੇ ਤੁਹਾਨੂੰ ਦੇਣ ਲੱਗਣੇ। ਪਰ ਜਦੋਂ ਇਹ ਪੈਸੇ ਦੇਣ ਲੱਗ ਜਾਂਦੀ, ਉਸ ਤੁਹਾਡਾ ਸਾਈਕਲ ਚੱਲ ਪਿਆ, ਫੇਰ ਇਹ ਬਹੁਤ ਵਧੀਆ ਫਸਲ ਹੈ। ਅੱਛਾ, ਉਸ ਤੋਂ ਬਾਅਦ ਫਿਰ ਪਹਿਲੀ ਵਾਰੀ ਜਦੋਂ ਲਾਉਣੀ ਆ ਉਦੋਂ 1.5 ਲੱਖ ਰੁਪਇਆ ਲੱਗੇਗਾ ਤੁਹਾਡਾ ਹਰ ਸਾਲ? ਅੱਛਾ, ਹਰ ਸਾਲ। ਤਾਂ ਫਿਰ ਇਹਦੀ ਕਮਾਈ ਕਿੰਨੀ ਕੁ ਹੋ ਜਾਂਦੀ ਹੈ? ਕਿਉਂਕਿ 1.5 ਲੱਖ ਤਾਂ ਸ਼ੁਰੂਆਤ 'ਚ ਹੀ ਲੱਗ ਗਿਆ। ਕਮਾਈ ਦੇਖੋ ਜੀ, ਮੈਂ ਐਵੇਂ ਕਹਾਂ, ਹੁਣ ਸਾਡੀ ਜਿਹੜੀ ਈਲਡ ਆਉਂਦੀ ਆ, ਮੈਂ ਟੋਟਲ ਸਾਰੇ ਖੇਤਾਂ ਦੀ ਗੱਲ ਕਰੂੰਗਾ, ਕਿਤੇ ਥੋੜੀ ਵੱਧ ਵੀ ਕਿਤੇ ਥੋੜੀ ਘੱਟ ਵੀ ਹੁੰਦੀ ਆ। 20-22 ਕੁਇੰਟਲ ਤੋਂ ਨਹੀਂ ਘਟਦੀ ਈਲਡ। ਠੀਕ ਹੈ। 20 ਕੁਇੰਟਲ ਜੇ ਤੁਹਾਡੀ ਈਲਡ ਆ ਰਹੀ ਆ ਤੇ ਤੁਸੀਂ ਰਿਟੇਲ ਸਾਰੀ ਕਰ ਰਹੇ ਹੋ ਤੇ ਤੁਸੀਂ ਹਿਸਾਬ ਲਾ ਲਓ 4 ਲੱਖ ਦੇ ਗੇੜ 'ਚ ਤੁਹਾਨੂੰ ਕਿੱਲੇ ਦਾ ਦੇ ਰਹੀ ਆ। ਵਿੱਚੋਂ ਤੁਸੀਂ ਸਵਾ ਨਹੀਂ ਤਾਂ 1.5 ਲੱਖ ਤੁਸੀਂ ਛੱਡ ਦਿਓ ਤੇ ਕਰੀਬ ਉਹੀ ਕਹਿ ਲਓ 2.5 ਲੱਖ ਰੁਪਇਆ ਤੁਹਾਨੂੰ ਦੇ ਰਹੀ ਆ। ਪਰ ਦੇ ਰਹੀ ਆ ਇਹ ਤੁਹਾਨੂੰ ਆਲਮੋਸਟ 1.5 ਤੋਂ 2 ਸਾਲ ਬਾਅਦ। 1.5 ਤੋਂ 2 ਸਾਲ ਬਾਅਦ, ਹਾਂਜੀ। ਪਰ ਉਹੀ ਆ ਨਾ, ਸਾਈਕਲ ਠੀਕ ਹੋ ਜੂ ਉਸ ਤੋਂ ਬਾਅਦ, ਗੇੜ ਘਮਾਉਣ ਦੀ ਗੱਲ ਹੁੰਦੀ ਹੈ। ਪਰ ਜੇਕਰ ਤੁਸੀਂ ਫਿਰ ਤੁਹਾਡੇ ਵਾਂਗੂ ਜੇਕਰ ਪ੍ਰੋਸੈਸ ਤੁਸੀਂ ਅੱਗੇ ਹੋਰ ਜ਼ਿਆਦਾ ਮਿਹਨਤ ਕਰਦੇ ਹੋ ਤਾਂ ਫਿਰ ਤੁਸੀਂ ਹੋਰ ਜ਼ਿਆਦਾ ਕਮਾਈ ਕਰ ਸਕਦੇ ਹੋ। ਬਿਲਕੁਲ ਕਰ ਸਕਦੇ ਆ ਜੀ। ਸੇਮ ਕਮਾਈ ਮੈਂ ਕਹਾਂਗਾ, ਜਿਹੜੀ ਵੀ ਫਸਲ ਲਾਉਣੀ ਆ, ਮੈਂ ਕੱਲੀ ਹਲਦੀ ਦੀ ਗੱਲ ਨਹੀਂ ਕਰਾਂਗਾ, ਜਿਹੜੀ ਵੀ ਫਸਲ ਲਾਉਣੀ ਆ ਤੁਸੀਂ ਉਹਨੂੰ ਤੁਸੀਂ ਚੰਗੀ ਤਰ੍ਹਾਂ ਉਹਦੀ ਪਲੈਨਿੰਗ ਕਰੋ। ਪਲੈਨਿੰਗ ਤੋਂ ਬਾਅਦ ਚੰਗੀ ਤਰ੍ਹਾਂ ਉਹਦੀ ਐਗਜ਼ੀਕਿਊਸ਼ਨ ਕਰੋ। ਮੈਂ ਕਹਾਂਗਾ ਕੋਈ ਵੀ ਸਬਜ਼ੀ ਲਾਉਣੀ ਆ, ਮਿਰਚ ਦੀ ਕੋਈ ਗੱਲ ਕਰ ਲਓ, ਮਿਰਚ ਨੂੰ ਤੁਸੀਂ ਪੀਸ ਕੇ ਵੇਚਣ ਲੱਗ ਜਾਓ, ਉਹਦੇ ਵਿੱਚ ਵੀ ਬਹੁਤ ਕਮਾਈ ਹੈ। ਤੁਸੀਂ ਈਵਨ ਸਰੋਂ ਪੂਰੇ ਸਾਲ ਦੀ ਨਹੀਂ ਫਸਲ ਹੈਗੀ, ਪਰ ਉਹਦੇ ਉੱਤੇ ਕੋਈ ਖਾਸ ਖਰਚਾ ਵੀ ਨਹੀਂ ਹੁੰਦਾ। ਉਹਦਾ ਤੇਲ ਕੱਢ ਲਓ, ਉਹਦੀ ਖਲ
ਅਲੱਗ ਵੇਚ ਲਓ ਤੇ ਉਹ ਵੀ ਬਹੁਤ ਵਧੀਆ ਤੁਹਾਨੂੰ ਦੇ ਜਾਂਦੀ ਹੈਗੀ ਆ। ਤੁਸੀਂ ਹੋਰ ਇਹੋ ਜਿਹੀਆਂ ਕਈ ਲੱਗਦਾ ਕਿ ਕੁਝ ਫਸਲਾਂ ਹੈਗੀਆਂ, ਵੱਖਰਾ ਕਰੋ ਤੇ ਪ੍ਰੋਸੈਸ ਕਰੋ, ਹਾਂ ਪ੍ਰੋਸੈਸ ਕਰੋ ਹਨਾ, ਪ੍ਰੋਸੈਸ ਕਰੋ ਤੇ ਮਾਰਕੀਟ ਆਪ ਕਰੋ। ਜਦੋਂ ਤੱਕ ਮਾਰਕੀਟਿੰਗ ਆਸਪੈਕਟ ਮਿਡਲਮੈਨ ਦੇ ਹੱਥ ਵਿੱਚ ਆ, ਮਿਡਲਮੈਨ ਨੇ ਪੈਸੇ ਕਮਾਉਣੇ ਹੀ ਆ। ਤੁਸੀਂ ਇਹ ਦੇਖੋ, ਤੁਸੀਂ 6 ਮਹੀਨੇ 4 ਮਹੀਨੇ ਜਾਂ ਸਾਲ ਮਿਹਨਤ ਕਰਦੇ ਹੋ, ਤੁਹਾਨੂੰ ਜਿੰਨੇ ਪੈਸੇ ਬਚਦੇ ਆ, ਜਿਹੜਾ ਮਿਡਲਮੈਨ ਆ ਤੁਹਾਡੇ ਕੋਲੋਂ ਲੈ ਕੇ ਉਸੇ ਦਿਨ ਸਵੇਰੇ ਦੁਪਹਿਰੇ ਉਹਨੇ ਲਈ, ਸ਼ਾਮ ਨੂੰ ਉਹਦੀ ਜੇਬ ਦੇ ਵਿੱਚ ਓਨੇ ਹੀ ਪੈਸੇ ਉਹ ਆਪਣੇ ਪਾ ਕੇ ਵਿਹਲਾ ਹੋ ਜਾਂਦਾ। ਮਤਲਬ ਤਾਂ ਆਲਮੋਸਟ ਦੁੱਗਣਾ ਹੀ ਆ, ਜਿੰਨੀ ਕਿਸਾਨ ਕਮਾਈ ਕਰ ਰਿਹਾ ਉਨੀ ਮਿਡਲਮੈਨ ਕਰ ਰਿਹਾ, ਫਿਰ ਮਿਡਲਮੈਨ ਵੀ ਕਰ ਰਿਹਾ ਉਹਨੇ। ਹਾਂ। ਸੋ ਜਦੋਂ ਤੱਕ ਮਾਰਕੀਟਿੰਗ ਆਸਪੈਕਟ ਜਿਹੜਾ ਆ ਉਹ ਜ਼ਿਮੀਂਦਾਰਾਂ ਦੇ ਹੱਥ ਵਿੱਚ ਨਹੀਂ ਆਉਂਦਾ, ਜ਼ਿਮੀਂਦਾਰ ਨੂੰ ਪ੍ਰੋਫਿਟ ਨਹੀਂ ਹੋਣਾ। ਚੰਦਾ ਸਾਹਿਬ, ਤੁਸੀਂ ਹਲਦੀ ਤੋਂ ਇਲਾਵਾ ਫਿਰ ਹੋਰ ਕਿਹੜੀ ਕਿਹੜੀ ਖੇਤੀ ਕਰਦੇ ਹੋ? ਕਿੰਨਾ ਰਕਬਾ ਤੁਹਾਡੇ ਕੋਲ? ਆਪਣੇ ਕੋਲ ਜੀ ਟੋਟਲ 55 ਏਕੜ, ਠੀਕ ਹੈ, ਜਿਹਦੇ ਵਿੱਚੋਂ ਕਿ ਬਾਗ ਹੈਗਾ ਆਪਣੇ ਕੋਲ ਨਾਖ ਦਾ ਤੇ ਨਾਲ ਪਲਮ ਦਾ ਹੈਗਾ, ਠੀਕ ਹੈ, ਤੇ ਨਾਲ ਆਪਣੇ ਕੋਲ ਇੱਕ ਕੋਲਡ ਸਟੋਰ ਹੈਗਾ ਹੈ ਜੀ, ਠੀਕ ਹੈ। ਅਸੀਂ ਆਲੂ ਦਾ ਸੀਡ ਵੀ ਬਣਾਉਂਦੇ ਆ ਤੇ ਉਹ ਵੀ ਅਸੀਂ ਨਾਲ ਜ਼ਿਮੀਂਦਾਰਾਂ ਦਾ ਵੀ ਮਾਲ ਸਟੋਰ ਕਰਦੇ ਆ। ਅੱਛਾ। ਤੇ ਉਹ ਕਰਦੇ ਆ। ਬਾਕੀ ਮੱਕੀ ਜਿਹੜੀ ਹੁੰਦੀ ਆ, ਜਿਹਦਾ ਹਲਦੀ ਤੋਂ ਬਾਅਦ ਸਾਡਾ ਜਿਹੜਾ ਫਸਲ ਚੱਕਰ ਜਿਹੜਾ ਚੱਲਣਾ ਹੈਗਾ, ਉਹ ਸਿਆਲੂ ਮੱਕੀ ਲਾ ਕੇ ਉਸ ਤੋਂ ਬਾਅਦ 97 ਖੇਤ ਛੱਡ ਕੇ ਆਲੂ, ਤੇ ਉਹ ਆਲੂ ਤੋਂ ਬਾਅਦ ਅਸੀਂ ਨੈਕਸਟ ਈਅਰ ਹਲਦੀ ਦੇ ਉੱਤੇ। ਝੋਨੇ ਵਾਲੇ ਪਾਸੇ ਨਹੀਂ ਜਾਂਦੇ ਫਿਰ ਤੁਸੀਂ? ਨਹੀਂ, ਝੋਨੇ ਵਾਲੇ ਪਾਸੇ ਅਸੀਂ ਨਹੀਂ ਗਏ, ਕਦੀ ਵੀ ਨਹੀਂ ਗਏ, ਕਿਉਂਕਿ ਸਾਡੇ ਪਿੰਡ, ਇਨਫੈਕਟ ਸਾਡਾ ਪਿੰਡ ਜਿਹੜਾ ਹੈ ਨਾ ਜੀ, ਇਹ ਹੈਗਾ ਕੱਚੀ ਪਟਾਈ ਕਰਦੇ ਆ ਆਲੂ ਦੀ। ਅੱਛਾ। ਮਟਰ ਲਾਉਂਦੇ ਆ, ਗਾਜਰ ਲਾਉਂਦੇ ਆ, ਠੀਕ ਹੈ। ਸੋ ਉਹਦੇ ਵਿੱਚ ਝੋਨਾ ਫਿੱਟ ਨਹੀਂ ਹੁੰਦਾ। ਅੱਛਾ। ਇਹ ਵੀ ਪਿਛਲੇ ਕਹਿ ਲਓ ਕਿ 4-5 ਜਾਂ 6 ਸਾਲ ਤੋਂ ਸ਼ੁਰੂ ਹੋਇਆ, ਜਦੋਂ ਦਾ ਸ਼ਾਰਟ ਡਿਊਰੇਸ਼ਨ ਵੈਰਾਈਟੀਆਂ ਆਈਆਂ, 1509 ਆ ਗਈ ਜਾਂ PR 126 ਆ ਗਈ, ਕਿ ਝੋਨਾ ਲੱਗਣ ਲੱਗਿਆ। ਕਿਉਂਕਿ ਜਿਹਨੇ ਠੇਕੇ ਉੱਤੇ ਪੈਲੀ ਲੈਣੀ, ਉਹ ਆਪਣੀ ਜ਼ਮੀਨ ਜਿਹੜੀ ਆ ਖਾਲੀ ਨਹੀਂ ਛੱਡ ਸਕਦਾ, ਤੇ ਉਹ ਫਿਰ ਇੱਕ ਫਸਲ ਵਿੱਚ ਫਸਾਉਂਦਾ ਆ ਕਿ ਮੈਨੂੰ ਝੋਨੇ ਦੀ ਫਸਲ ਇੱਕ ਮਿਲ ਜਾਵੇ। ਤੇ ਇਹ ਕਹਿ ਲਓ ਕਿ 5-6 ਸਾਲ ਤੋਂ ਫਗਲਾਣੇ ਪਿੰਡ ਦੇ ਵਿੱਚ ਝੋਨਾ ਲੱਗਣ ਲੱਗਾ ਆ। ਅਸਲ ਦੇ ਵਿੱਚ ਜੇ ਆਪਾਂ ਗੱਲ ਕਰੀਏ, ਇੱਕ ਤਾਂ ਵਾਟਰ ਟੇਬਲ ਉੱਪਰ ਆ ਗਿਆ, ਨੰਬਰ 2 ਇਹ ਕਾਰਨ ਜਿਹੜੇ ਸ਼ਾਰਟ ਡਿਊਰੇਸ਼ਨ ਵੈਰਾਈਟੀਆਂ ਕਾਰਨ, ਅਦਰਵਾਈਜ਼ ਝੋਨਾ ਫਗਲਾਣੇ 'ਚ ਨਹੀਂ ਲੱਗਦਾ ਸੀ। ਅੱਛਾ, ਇੱਕ ਰੰਧਾਵਾ ਸਾਹਿਬ, ਤੁਸੀਂ ਨੌਜਵਾਨ ਕਿਸਾਨ ਹੋ ਹਨਾ, MSc ਹਾਰਟੀਕਲਚਰ ਤੁਸੀਂ ਕੀਤੀ ਹੋਈ ਆ, ਇਸ ਚੀਜ਼ ਦਾ ਵੀ ਫਾਇਦਾ ਹੋਇਆ ਤੁਹਾਨੂੰ ਕਿ ਇੱਕ ਨਵੀਆਂ ਟੈਕਨੀਕਾਂ ਤੁਸੀਂ ਸਿੱਖੀਆਂ ਯੂਨੀਵਰਸਿਟੀ ਤੋਂ, ਤਾਂ ਇਹਨਾਂ ਚੀਜ਼ਾਂ ਨੇ ਫਾਇਦਾ ਦਿੱਤਾ? ਕਿਉਂਕਿ ਪਹਿਲਾਂ ਤਾਂ ਰਵਾਇਤੀ ਫਸਲਾਂ ਤੋਂ ਬਾਹਰ ਨਹੀਂ ਸੀ ਹੁੰਦੇ, ਨਾ ਕਿਸਾਨਾਂ ਨੂੰ ਪਤਾ ਲੱਗਦਾ ਸੀਗਾ ਬਹੁਤਾ। ਬਿਲਕੁਲ ਜੀ, ਦੇਖੋ ਯੂਨੀਵਰਸਿਟੀ ਦੇ ਵਿੱਚ ਜਦੋਂ ਅਸੀਂ ਗਏ ਤੇ ਟੈਕਨੀਕਲੀ ਤੁਹਾਨੂੰ ਪਤਾ ਲੱਗਣ ਲੱਗ ਜਾਂਦਾ। ਹੁਣ ਸਾਨੂੰ ਪਤਾ ਆ ਕਿ ਆਹ ਫਲਾਨੀ ਚੀਜ਼ ਜਦੋਂ ਅਸੀਂ ਪਾਉਂਦੇ ਆ, ਤੇ ਆਮ ਅਸੀਂ ਗੱਲ ਕਰੀਏ, ਆਲੂ ਦੀ ਗੱਲ ਕਰੀਏ, ਹਾਂਜੀ ਕੀ ਪਾਉਣਾ ਜੀ ਇਹਨੂੰ ਜੀ 2 ਬੋਰੇ ਡਾਏ ਦੇ ਪਾ ਦਿਓ, 1 ਬੋਰਾ ਪੋਟਾਸ਼ ਦਾ ਪਾ ਦਿਓ, ਤੇ ਨਾਲ ਇਹ ਨਹੀਂ ਸਾਨੂੰ ਪਤਾ ਹੁੰਦਾ ਕਿ ਕਿੰਨਾ ਉਹਨੂੰ ਫਾਸਫੋਰਸ ਮਿਲ ਰਿਹਾ ਅਸਲ ਦੇ ਵਿੱਚ, ਕਿੰਨਾ ਉਹਨੂੰ ਚਾਹੀਦਾ ਹੈਗਾ। ਤੇ ਨਾਲ ਕਈ ਵਾਰ ਹੁੰਦਾ ਹੈਗਾ ਡਾਏ ਦੇ ਅਸੀਂ ਜ਼ਿੰਕ ਦਾ ਛੱਟਾ ਦੇ ਦਿੰਦੇ ਆ। ਅੱਛਾ। ਯਾਰ ਕਿ ਜਦੋਂ ਤੁਸੀਂ ਟੈਕਨੀਕਲ ਹੁੰਦੇ ਹੋ, ਜਦੋਂ ਤੁਹਾਨੂੰ ਪਤਾ ਲੱਗਦਾ ਕਿ ਨਹੀਂ ਯਾਰ ਡਾਏ ਦੇ ਨਾਲ ਜ਼ਿੰਕ ਨਹੀਂ ਪਾਉਣੀ, ਕਿਉਂ ਨਹੀਂ ਪਾਉਣੀ, ਐਂ ਕਰਕੇ ਰਿਐਕਟ ਕਰ ਜਾਂਦੀ ਹੈ, ਜੋ ਵੀ ਹੈਗਾ ਆ ਉਹ ਅਵੇਲੇਬਲ ਫਾਰਮ 'ਚ ਨਹੀਂ ਰਹਿੰਦੀ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਟੈਕਨੀਕਲ ਚੀਜ਼ਾਂ ਹੈਗੀਆਂ ਆ, ਕਿ ਤੁਹਾਨੂੰ ਮਕੈਨਿਜ਼ਮ ਤਾਂ ਪਤਾ ਹੁੰਦਾ, ਤੁਹਾਨੂੰ ਪਤਾ ਟਰੈਕਟਰ ਦਾ ਇੱਦਾਂ ਕੀਤਾ, ਸੈਲਫ ਮਾਰਿਆ, ਸਟਾਰਟ ਹੋ ਗਿਆ ਜੀ, ਤੇ ਉਹਦੇ ਪਿੱਛੇ ਜਿਹੜਾ ਮਕੈਨਿਜ਼ਮ ਆ ਕਿ ਕਿੱਦਾਂ ਉਹ ਤੇਲ ਗਿਆ, ਪੰਪ ਨੇ ਕਿੰਨੇ ਪ੍ਰੈਸ਼ਰ ਨਾਲ ਮਾਰਿਆ, ਉਹ ਸਾਰਾ ਕਿੱਦਾਂ ਉਹਦੀ ਕੰਬਸਸ਼ਨ ਹੋਈ, ਉਹ ਸਾਰਾ ਤਾਂ ਤੁਹਾਨੂੰ ਫਿਰ ਜਦੋਂ ਥਿਓਰੀ ਤੁਸੀਂ ਪੜ੍ਹਦੇ ਆ ਫਿਰ ਪਤਾ ਲੱਗਦਾ। ਸੋ ਥਿਓਰੀ ਤੇ ਪ੍ਰੈਕਟੀਕਲ ਦੋਨੋਂ ਚੀਜ਼ਾਂ ਬਹੁਤ। ਖੇਤੀ ਦਾ ਤੁਹਾਨੂੰ ਫਿਰ ਬਚਪਨ ਤੋਂ ਹੀ ਸ਼ੌਂਕ ਸੀਗਾ? ਨਹੀਂ ਤਾਂ ਕਈ ਵਾਰੀ ਇੰਨਾ ਬੰਦਾ ਪੜ੍ਹ ਲਿਖ ਕੇ ਰੁਝਾਨ ਹੋ ਜਾਂਦਾ ਕਿ ਚਲੋ ਸਰਕਾਰੀ ਨੌਕਰੀ ਅਪਲਾਈ ਕਰ ਲਈਏ ਜਾਂ ਬਾਹਰ ਵਾਲੇ ਪਾਸੇ ਹੋ ਜਾਈਏ। ਦੇਖੋ ਜੀ, ਬਚਪਨ ਤੋਂ ਸ਼ੌਂਕ ਮੇਰਾ ਤਾਂ ਨਹੀਂ ਸੀਗਾ, ਬਟ ਪਾ ਦਿੱਤਾ ਗਿਆ। ਅੱਛਾ। ਐਵੇਂ ਕਹੀਏ ਕਿ ਬੱਚੇ ਦਾ ਕਦੀ ਵੀ ਸ਼ੌਂਕ ਨਹੀਂ ਹੁੰਦਾ, ਬੱਚੇ ਨੂੰ ਤਾਂ ਜੋ ਤੁਸੀਂ ਦਿਖਾਓਗੇ, ਬੱਚੇ ਦੀ ਇੱਕ ਕਲੀਨ ਸਲੇਟ ਆ, ਜੋ ਉਹਦੇ ਉੱਤੇ ਲਿਖੋਗੇ ਉਹ ਆ ਜਾਣਾ। ਮੈਨੂੰ ਤੁਸੀਂ ਖੇਤ ਲੈ ਕੇ ਆਏ, ਠੀਕ ਹੈ ਜੀ, ਮੈਂ 4 ਚੀਜ਼ਾਂ ਦੇਖੀਆਂ, ਮੈਂ ਕਹੂੰਗਾ ਯਾਰ ਆਹ ਖੇਤੀ ਦੇ ਵਿੱਚ ਤਾਂ ਆਹ ਚੀਜ਼ਾਂ ਹੁੰਦੀਆਂ। ਹੁਣ ਮੈਂ ਕਹਾਂ ਕਿ ਮੈਂ ਖੇਤੀ ਕਰ ਰਿਹਾ ਆ, ਪਰ ਆਪਣੇ ਨਿਆਣਿਆਂ ਨੂੰ ਮੈਂ ਪਹਿਲਾਂ ਲੈ ਕੇ ਨਾ ਆਵਾਂ ਖੇਤ ਦੇ ਵਿੱਚ, ਤੇ ਜਦੋਂ ਮਤਲਬ 12ਵੀਂ ਉਹਨਾਂ ਨੇ ਕੰਪਲੀਟ ਕਰ ਲਈ, ਮੈਂ ਉਹਨਾਂ ਨੂੰ ਕਹਾਂ ਯਾਰ ਤੂੰ ਖੇਤੀ ਕਰਨੀ ਆ, ਉਹ ਪੋਸੀਬਲ ਨਹੀਂ ਹੈਗਾ, ਫਿਰ ਇੰਟਰਸਟ ਨਹੀਂ ਬਣਦਾ। ਫਿਰ ਉਹਨੇ ਕਹਿਣਾ ਮੈਂ ਕਿਉਂ ਜਾਵਾਂ ਜੀ। ਤੁਸੀਂ ਇੱਕ ਚੀਜ਼ ਦੇਖੋ, ਡਾਕਟਰ ਜਿਹੜਾ ਆ, ਡਾਕਟਰ ਦਾ
ਜਿਹੜਾ ਮੁੰਡਾ ਹੋਊਗਾ ਜਾਂ ਕੁੜੀ ਹੋਊਗੀ ਉਹ ਡਾਕਟਰ ਬਣਦਾ, ਹਾਂ ਠੀਕ ਆ ਜੀ। ਵਕੀਲ ਦੀ ਫੈਮਿਲੀ ਜਿਹੜੀ ਆ ਉਹ ਵਕਾਲਤ ਵੱਲ ਜਾਂਦੀ, ਹਾਂ ਤੇ ਜ਼ਿਮੀਂਦਾਰਾਂ ਦੀ ਫੈਮਿਲੀ ਜਿਹੜੀ ਆ ਉਹ ਹੁਣ ਖੇਤੀ ਵੱਲ ਕਿਉਂ ਨਹੀਂ ਆ ਰਹੀ? ਹਾਂ ਇਸ ਲਈ ਨਹੀਂ ਆ ਰਹੀ, ਜ਼ਿਮੀਂਦਾਰ ਆਪ ਨਹੀਂ ਆਪਣੇ ਬੱਚਿਆਂ ਨੂੰ ਖੇਤੀ ਵੱਲ ਲੈ ਕੇ ਆ ਰਹੇ। ਬਿਲਕੁਲ right, ਲਾਲਾ ਆਪਣੇ ਬੱਚੇ ਨੂੰ ਕੀ ਕਰਦਾ ਆ, ਜਦੋਂ ਛੁੱਟੀ ਦਾ ਦਿਨ ਹੁੰਦਾ, ਛੁੱਟੀਆਂ ਹੁੰਦੀਆਂ ਆ, ਉਹ ਕਹਿੰਦਾ ਆਇਆ ਯਾਰ ਦੁਕਾਨ ਤੇ ਆ ਕੇ ਬੈਠ ਮੇਰੇ ਨਾਲ। ਹਾਂ ਉਹ ਇੱਕ ਤਾਂ ਦੇਖਦਾ ਹੈ ਕਿ ਕਿੱਦਾਂ ਹਾਂ ਚੀਜ਼ ਵੇਚਣੀ ਹੈਗੀ ਆ, ਕਿੱਦਾਂ ਮੈਨੇਜ ਕਰਨਾ ਹੈਗਾ, ਸਾਰੇ ਉਹ ਅਕਾਊਂਟਸ ਦਾ ਉਹਨੂੰ ਪਤਾ ਲੱਗਣ ਲੱਗ ਜਾਂਦਾ। ਲੱਗਦਾ, ਇੱਕ ਉਹ ਜਿਹੜੀ ਵਿਗੜਨ ਵਾਲੀ ਉਮਰ ਹੁੰਦੀ ਆ ਨਾ ਜੀ, ਹਾਂ ਉਹਦੇ ਵਿੱਚ ਉਹ ਲਾਲੇ ਦੇ ਕੰਟਰੋਲ ਦੇ ਵਿੱਚ ਆ, ਆਪਣੇ ਬਾਪੂ ਦੇ ਕੰਟਰੋਲ 'ਚ ਆ। ਹਾਂ ਤੇ ਅਸੀਂ ਕਹਿ ਦਿੰਦੇ ਆ ਯਾਰ ਤੂੰ ਖੇਤ ਵਿੱਚ ਨਹੀਂ ਵੜਨਾ ਹੈਗਾ, ਜਾਂ ਅਸੀਂ ਲੈ ਕੇ ਨਹੀਂ ਪੜ੍ਹ ਜਾਂਦੇ ਲੈ, ਹੈਗੇ, ਪੜ੍ਹ ਕੇ ਤੈਨੂੰ ਬਾਹਰ ਪੜ੍ਹ ਭੇਜ ਲਾ, ਦਿੰਦੇ ਆ। ਫਿਰ ਐ ਨਹੀਂ ਉਹ ਨਹੀਂ, ਹਾਂ ਠੀਕ ਆ ਜੀ। ਇੱਕ ਤਾਂ ਉਸ ਟਾਈਮ ਵਿਹਲਾ ਹੁੰਦਾ ਆ, ਹਾਂ ਤੁਹਾਨੂੰ ਪਤਾ ਵਿਹਲਾ ਜਦੋਂ ਬੰਦਾ ਆ ਉਦੋਂ ਹੀ ਵਿਗੜ ਸਕਦਾ। ਬਿਲਕੁਲ, ਤੇ ਹੁਣ ਜਿਹੜਾ ਬੰਦਾ ਮਿਹਨਤ ਕਰਦਾ ਉਹ ਕਦੀ ਨਹੀਂ ਵਿਗੜੂਗਾ। ਜਾਂ ਜਿਹੜੇ ਬੰਦੇ ਨੇ ਦੇਖਿਆ ਕਿੱਦਾਂ ਪੈਸਾ ਹਾਂ ਕਮਾ ਹੁੰਦਾ ਆ, ਹਾਂ ਉਹ ਓਵਰ ਸਪੈਂਡ ਨਹੀਂ ਕਰੂਗਾ, ਉਹ ਸੋਚ ਕੇ ਫੇਰ ਹੀ ਸਪੈਂਡ ਕਰੂਗਾ ਕੋਈ ਚੀਜ਼। ਸੋ ਇਹ ਚੀਜ਼ਾਂ ਇਹ ਆ ਕਿ ਜੇ ਕਹਾਂ ਕਿ ਬਚਪਨ ਤੋਂ ਮੈਨੂੰ ਸ਼ੌਂਕ ਸੀ, ਸ਼ੌਂਕ ਤਾਂ ਪੈਦਾ ਹੋਇਆ ਫਾਦਰ ਸਾਹਿਬ ਦੇਖ ਨੇ ਕੇ, ਫਾਦਰ ਸਾਹਿਬ ਨੂੰ ਦੇਖਿਆ, ਠੀਕ ਹੈ ਜੀ। ਤੇ ਸ਼ੌਂਕ ਆਪਾਂ ਨੂੰ ਪੈਦਾ ਕਰਨਾ ਪੈਣਾ ਆਪਣੇ ਨਿਆਣਿਆਂ ਦੇ ਵਿੱਚ, ਫੇਰ ਹੀ ਜਾ ਕੇ ਪੰਜਾਬ ਦੀ ਜਿਹੜੀ ਕਿਸਾਨੀ ਆ ਉਹ ਬਚੂਗੀ। ਬੇਟੇ ਨੂੰ ਲੈ ਕੇ ਆਉਂਦੇ ਹੁਣ ਫਿਰ ਖੇਤਾਂ 'ਚ? ਬਿਲਕੁਲ ਜੀ, ਬੇਟਾ ਆਪ ਕਹਿੰਦਾ ਕਿ ਮੈਨੂੰ ਲੈ ਕੇ ਜਾਓ। ਬੇਟੇ ਨੂੰ ਤਾਂ ਟਰੈਕਟਰਾਂ ਦਾ ਏਦਾਂ ਹੀ ਸ਼ੌਂਕ ਆ, ਹਾਂ ਤੇ ਉਹਨੂੰ ਤਾਂ ਬਸ ਇਹ ਆ ਕਿ ਟਰੈਕਟਰ ਉੱਤੇ ਚੜ੍ਹਨਾ ਮੈਂ। ਹਾਂ ਤੇ ਬੇਟੇ ਨੂੰ ਇਨਫੈਕਟ ਇਹ ਆ ਕਿ ਹਾਲੇ ਉਹ 4 ਸਾਲ ਦਾ ਆ, ਹਾਂ ਬੇਟੀ ਹੈਗੀ ਆ 6.5 ਸਾਲ ਦੀ। ਅੱਛਾ ਤੇ ਜੇ ਬੇਟੀ ਨੂੰ ਮੈਂ ਪੁੱਛ ਲਵਾਂ ਕਿਹੜੀ ਫਸਲ ਆ, ਉਹਨੂੰ ਪਤਾ ਹੈ ਕਿਹੜੀ ਫਸਲ ਹੈ। ਅੱਛਾ ਉਹਨੂੰ ਐਟਲੀਸਟ ਜੇ ਪੂਰਾ ਐਨ ਪ੍ਰੋਪਰ ਨਹੀਂ ਉਹ ਕਰ ਸਕਦੀ, ਬਟ ਉਹਨੂੰ ਇੰਨਾ ਪਤਾ ਹੈ ਕਿ ਉਹ ਝੋਨਾ ਆ, ਤੇ ਝੋਨੇ ਨੂੰ ਮੱਕੀ ਨਹੀਂ ਕਹੂ। ਅੱਛਾ, ਮੱਕੀ ਆ ਤੇ ਮੱਕੀ ਆ, ਯਾਨੀ ਕਿ ਗੇੜਾ ਵੱਜਦਾ ਰਹਿੰਦਾ ਬਿਲਕੁਲ ਬੱਚਿਆਂ ਦਾ। ਗੇੜਾ ਵੱਜਦਾ ਜੀ। ਤੇ ਬੇਟਾ ਜਿਹੜਾ ਆ ਉਹਨੂੰ ਇਹ ਪਤਾ ਆ ਕਿ ਆ ਇੱਥੇ ਹਲਦੀ ਲੱਗੀ ਆ, ਹਾਂ ਤੇ ਉਹਨੂੰ ਇਹ ਪਤਾ ਕਿ ਉਹ ਪੱਠੇ ਆ। ਉਹ ਇਹ ਨਹੀਂ ਕਹੂਗਾ ਕਿ ਬਾਜਰਾ ਆ ਜਾਂ ਜੋ ਵੀ ਆ, ਸਪੈਸੀਫਿਕ ਨਹੀਂ ਹੋਊਗਾ, ਬਟ ਉਹਨੂੰ ਪਤਾ ਪੱਠੇ ਆ। ਹਾਂ ਉਹਨੂੰ ਪਤਾ ਆ ਕਿ ਦੁੱਧ ਕਿੱਦਾਂ ਆਉਂਦਾ, ਕਿੱਥੋਂ ਆਉਂਦਾ, ਬਿਲਕੁਲ, ਠੀਕ ਹੈ ਜੀ। ਉਹਨੂੰ ਇਹ ਨਹੀਂ ਹੈਗਾ ਕਿ ਦੁੱਧ ਕਿੱਥੋਂ ਆਉਂਦਾ, ਅੱਛਾ ਫਰਿੱਜ ਚੋਂ ਆਉਂਦਾ, ਹਾਂ ਸਮਝਦੇ? ਉਹਨੂੰ ਪਤਾ ਗਾਂ ਐਦਾਂ ਚੋਂਦੇ ਆ, ਗਾਂ ਨੂੰ ਪੱਠੇ ਪਾਉਣੇ ਆ, ਫੇਰ ਜਾ ਕੇ ਦੁੱਧ ਆਉਂਦਾ। ਸੋ ਆਪਾਂ ਕਰਾਂਗੇ ਫੇਰ ਹੀ ਉਹਨਾਂ ਦਾ ਇੰਟਰਸਟ ਪੈਣਾ, ਨਹੀਂ ਤਾਂ ਫਿਰ ਦੇਖੋ ਅਸੀਂ ਜਦੋਂ ਤੱਕ ਕਰ ਰਹੇ ਹਾਂ ਉਦੋਂ ਤੱਕ ਹੋਊਗਾ, ਹਾਂ ਅੱਗੇ ਫਿਰ ਜੋ ਹੈਗਾ ਆ ਉਹ ਚੱਲ ਹੀ ਰਿਹਾ, ਤੁਹਾਨੂੰ ਪਤਾ ਹੀ ਆ। ਨਹੀਂ ਠੀਕ ਹੈ, ਬਹੁਤ ਵਧੀਆ ਲੱਗਾ ਰੰਧਾਵਾ ਸਾਹਿਬ ਗੱਲਬਾਤ ਕਰਨ ਲਈ, ਧੰਨਵਾਦ। ਤਾਂ ਇਹ ਅੰਮ੍ਰਿਤਪਾਲ ਸਿੰਘ ਰੰਧਾਵਾ ਹੈਗੇ ਨੇ, ਫਗਲਾਣਾ ਪਿੰਡ ਦੇ ਨੌਜਵਾਨ ਕਿਸਾਨ ਹੈਗੇ ਨੇ। ਤਾਂ ਇੱਕ ਮਿਸਾਲ ਇਹਨਾਂ ਨੇ ਪੇਸ਼ ਕੀਤੀ ਆ। ਲੋੜ ਹੈ ਇਹੋ ਜਿਹੇ ਕਿਸਾਨਾਂ ਤੋਂ ਬਹੁਤ ਕੁਝ ਸਿੱਖਣ ਦੀ, ਕਿਉਂਕਿ ਮਿਡਲਮੈਨ ਅਕਸਰ ਹੀ ਕਿਹਾ ਜਾਂਦਾ ਕਿ ਕਮਾਈ ਬਹੁਤ ਜ਼ਿਆਦਾ ਕਰ ਜਾਂਦਾ। ਕਿਸਾਨ ਮਿੱਟੀ ਦੇ ਨਾਲ ਮਿੱਟੀ ਹੋਇਆ ਰਹਿੰਦਾ ਹੈ ਸਾਰਾ ਸਾਲ, ਪਰ ਓਨੀ ਕਮਾਈ ਉਹਨੂੰ ਨਹੀਂ ਹੁੰਦੀ ਜਿੰਨੀ ਵਪਾਰੀ ਕਰ ਜਾਂਦੇ ਨੇ। ਇਸ ਦਾ ਇੱਕੋ ਹੀ ਤਰੀਕਾ ਹੈ ਕਿ ਮਿਡਲਮੈਨ ਨੂੰ ਬਾਹਰ ਕੱਢਿਆ ਜਾਵੇ। ਕਿਸਾਨ ਆਪਣੀ ਖੇਤੀ ਆਪ ਕਰਕੇ ਉਸ ਨੂੰ ਜਿਹੜੀ ਫਸਲ ਨਿਕਲਦੀ ਹੈ ਉਸ ਨੂੰ ਲੋਕਾਂ ਤੱਕ ਕਿਵੇਂ ਪਹੁੰਚਾਉਣਾ, ਆਪਣੀ ਮਾਰਕੀਟਿੰਗ ਕਰਨ, ਤਾਂ ਹੀ ਜਿਹੜਾ ਖੇਤੀ ਨੂੰ ਲਾਹੇਵੰਦ ਧੰਦਾ ਬਣਾਇਆ ਜਾ ਸਕਦਾ ਹੈ। ਕੈਮਰਾਮੈਨ ਰਿੰਕੂ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਜਗਬਾਣੀ ਟੀਵੀ, ਪਿੰਡ ਫਗਲਾਣਾ, ਜ਼ਿਲ੍ਹਾ ਹੁਸ਼ਿਆਰਪੁਰ।